मैं इदां दा बनना आ कि ਜਿਹੜੇ ਮਾੜੇ ਬੰਦਿਆਂ ਨੂੰ ਤੰਗ ਕਰਦੇ ਆ ਜਾਂ ਉਹਨਾਂ ਦਾ ਜ਼ੋਰ ਪੈ ਜਾਂਦਾ ਆ ਔਰ ਇਸ ਗੱਲ ਨੂੰ ਜਿਹੜਾ ਵਾ ਇਹਨੂੰ ਮੈਂ ਰੋਕਣਾ ਵਾ। ਹੁਣ ਦੇ ਸਮੇਂ ਵਿੱਚ ਜਿਹੜੀ ਸ਼ਰਮ ਨਾਂ ਦੀ ਚੀਜ਼ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ ਔਰ ਇਨਸਾਨੀਅਤ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਮੈਂ ਇਹ ਨਹੀਂ ਕਹਿੰਦਾ, ਕੁਝ ਵੀਰ ਹੈਗੇ ਨੇ ਇਦਾਂ ਦਾ ਸਿਸਟਮ ਹੋ ਚੁੱਕਾ ਕਿ ਜੇ ਸਾਡੇ ਕੋਲ ਕੁਝ ਹੈਗਾ ਆ ਤੇ ਠੀਕ ਆ, ਨਹੀਂ ਹੈਗਾ ਤੇ ਉਹ ਆਪਣੇ ਰਾਹ ਤੇ ਉਹ ਆਪਣੇ ਰਾਹ। ਬੱਚੇ ਦੀ ਪੜ੍ਹਾਈ ਦਾ ਵੀ ਥੋੜਾ ਖਰਚਾ ਨਹੀਂ ਇੰਨਾ ਕੋ ਹੋਣ ਡਿਆ। ਮੈਂ ਇਕੱਲੀ ਸਾਰਾ ਕੁਝ ਮੈਨੇਜ ਕਰਦੀ ਸੀ, ਖਿੱਚਦੀ ਸੀ, ਬਾਹਰ ਕੰਮ ਕਰਨ ਲਈ ਵੀ ਜਾਂਦੀ ਸੀ। ਨਹੀਂ ਗੱਲਾਂ ਵੀ ਜਿਹੜੀਆਂ ਅਜੇ ਮੈਂ ਨਹੀਂ ਕੁਝ ਸ਼ੇਅਰ ਕਰ ਸਕਦਾ ਔਰ ਉਹਦੇ ਕਰਕੇ ਸਾਡੇ ਵਿੱਚ ਥੋੜੀ ਅਣਬਣ ਹੋ ਗਈ ਔਰ ਮੇਰੀ ਬੇਟੀ ਔਰ ਮੇਰੀ ਵਾਈਫ ਜਿਹੜੀ ਆ ਉਹ ਮੇਰੇ ਤੋਂ ਇਹ ਦੂਰ ਹੋ ਗਏ ਸੀ। ਜਦ ਮੈਂ ਇਹਨਾਂ ਨੂੰ ਸਟੇਸ਼ਨ ਛੱਡ ਕੇ ਆਇਆ ਵਾਂ, ਘਰ ਆਇਆ ਵਾਂ, ਤੇ ਫਿਰ ਮੇਰਾ ਇੰਨਾ ਹੌਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਉਸ ਘਰ ਦੇ ਵਿੱਚ ਪੈਰ ਪਾਲਾਂ। ਆਪਣੇ ਘਰ ਦੇ ਵਿੱਚ ਉਹ ਗੇਟ 'ਤੇ ਆ ਕੇ ਮੈਂ ਖੜ ਗਿਆ ਸੀ। ਕਹਿ ਲਓ ਕਿ ਜਦੋਂ ਮੈਂ ਫੋਟੋਆਂ ਵੇਖੀਆਂ ਮੈਂ ਬੜਾ ਰੋਇਆ ਕਿ ਮੇਰੀ ਬੱਚੀ ਮੇਰੇ ਤੋਂ ਦੂਰ ਹੋ ਗਈ। ਔਰ ਫਿਰ ਮੈਂ ਸੋਚਿਆ ਕਿ ਮੈਂ ਆਪਣੇ ਹਾਲਾਤ ਜਿਹੜੇ ਉਹ ਬਦਲ ਦੇਣੇ ਆ, ਮੈਂ ਇੱਦਾਂ ਨਹੀਂ ਰਹਿਣ ਦੇਣੇ। ਕਿਸੇ ਟਾਈਮ ਸੀ ਉਸ ਇਨਸਾਨ ਦੀ ਦਹਿਸ਼ਤ, ਕਿਸੇ ਟਾਈਮ ਸੀ ਉਸ ਇਨਸਾਨ ਦਾ ਦਬਦਬਾ, ਕਿਉਂਕਿ ਕੰਤਾ ਬਾਉਂਸਰ ਜੋ ਤੇ ਨਾਮ ਹੀ ਕਾਫੀ ਹੈ। ਮਤਲਬ ਉਸ ਇਨਸਾਨ ਦਾ ਇੰਨਾ ਦਬਦਬਾ ਸੀ ਸ਼ਹਿਰ ਵਿੱਚ, ਪਿੰਡਾਂ ਵਿੱਚ, ਕਿਉਂਕਿ ਉਸ ਇਨਸਾਨ ਨੇ ਬਾਉਂਸਰਾਂ ਦਾ ਕੰਮ ਵੀ ਕੀਤਾ ਸੀ ਅਤੇ ਨੇਤਾ ਨਾਲ ਵੀ ਰਿਹਾ ਵਾ, ਬਦਮਾਸ਼ੀ ਵਿੱਚ ਵੀ ਪੈਰ ਰੱਖਿਆ, ਕਿਉਂਕਿ ਉਹ ਟਾਈਮ ਇਹੋ ਜਿਹਾ ਸੀ। ਲੇਕਿਨ ਹੁਣ ਉਹੋ ਜਿਹਾ ਟਾਈਮ ਆਇਆ ਉਸ ਇਨਸਾਨ 'ਤੇ ਕਿ ਅੱਜ ਤੱਕ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਹੈ। ਜਿਹਦਾ ਵੀ ਸਾਥ ਦਿੱਤਾ ਉਸਨੇ ਹੀ ਉਹਨੂੰ ਨਕਾਰ ਦਿੱਤਾ। ਤਸਵੀਰਾਂ ਉਸ ਘਰ ਦੀਆਂ, ਉਸ ਕੰਤੇ ਬਾਉਂਸਰ ਦੀਆਂ ਤੁਸੀਂ ਦੇਖ ਸਕਦੇ ਹੋ ਵੀ ਕੰਤੇ ਬਾਉਂਸਰ ਦੀਆਂ ਘਰ ਦੀਆਂ ਤਸਵੀਰਾਂ, ਕੱਚੀਆਂ ਕੰਧਾਂ, ਕੱਚੀਆਂ ਇੱਟਾਂ ਨਾਲ ਬਣਿਆ ਹੋਇਆ ਉਸ ਦਾ ਘਰ, ਜੋ ਦਰਵਾਜ਼ੇ ਬਾਰੀਆਂ ਨੇ ਉਹ ਵੀ ਤੁਸੀਂ ਹਾਲਾਤ ਦੇਖ ਸਕਦੇ ਹੋ ਕੰਤੇ ਬਾਉਂਸਰ ਦੀਆਂ। ਕਿਉਂਕਿ ਪਹਿਲਾਂ ਤੇ ਨਾ ਜਾਣਿਆ ਪਛਾਣਿਆ ਨਾ ਸੀਗਾ, ਕਾਫੀ ਦਹਿਸ਼ਤ ਸੀ ਇਲਾਕੇ ਵਿੱਚ ਅਤੇ ਬਾਉਂਸਰ ਦਾ ਵਿੱਚੋਂ ਟੌਪ ਦੇ ਬਾਉਂਸਰਾਂ ਦਾ ਵਿੱਚ ਨਾਮ ਵੱਜਦਾ ਸੀਗਾ ਕੰਤਾ ਬਾਉਂਸਰ। ਲੇਕਿਨ ਅੱਜ ਦੇ ਹਾਲਾਤ ਉਹਦੇ ਇਹ ਹੋ ਗਏ ਨੇ ਕਿ ਰੋਟੀ ਵੀ ਨਹੀਂ ਜੁੜਦੀ, ਕਿਉਂਕਿ ਕੋਈ ਸਮਾਂ ਐਸਾ ਮਾੜਾ ਆਇਆ ਕਿ ਉਸਨੇ ਜੋ ਕਿ ਨਸ਼ੇ ਵਿੱਚ ਪੈਰ ਪੈ ਗਿਆ ਅਤੇ ਦਲ ਦੇ ਵਿੱਚ ਉਸ ਨੂੰ ਧੱਸਦਾ ਗਿਆ ਤੇ ਉਸਦੇ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਅੱਜ ਉਸਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੱਚੀਆਂ ਕੰਧਾਂ ਨੇ, ਜਿਹੜੀ ਰਸੋਈ ਹੈ ਉਹ ਵੀ ਬਣਨ ਵਾਲੀ ਹੈ। ਲੇਕਿਨ ਹਿੰਮਤ ਉਸ ਲੜਕੇ ਦੀ ਹੈ, ਕਹਿੰਦਾ ਹੈ ਮੈਂ ਆਪਣੀ ਹਿੰਮਤ ਨਾਲ ਹੀ ਘਰ ਬਣਾਵਾਂਗਾ, ਕਿਸੇ ਕੋ ਮੈਂ ਮੰਗਣਾ ਨਹੀਂ, ਕਿਸੇ ਕੋ ਹੱਥ ਨਹੀਂ ਫੈਲਾਉਣਾ, ਆਪਣੀ ਹਿੰਮਤ ਹੋਏਗੀ ਤੇ ਮੈਂ ਆਪੇ ਬਣਾ ਲਵਾਂਗਾ। ਸੋ ਗੱਲ ਵੀ ਕਰਾਂਗੇ ਉਸ ਕੰਤੇ ਬਾਉਂਸਰ ਨਾਲ ਜਿਸ ਦਾ ਅੱਜ ਤੋਂ ਕਈ ਟਾਈਮ ਪਹਿਲਾਂ ਨਾਂ ਵੱਜਦਾ ਸੀ ਅਤੇ ਹੁਣ ਉਸਦੇ ਹਾਲਾਤ ਇਹਦੇ ਹੋ ਗਏ ਨੇ ਕਿ ਉਸਨੂੰ ਹੁਣ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ। ਜੋ ਸਾਥੀ ਸਨ ਉਹ ਵੀ ਸਾਥ ਛੱਡ ਗਏ ਨੇ। ਸੋ ਗੱਲ ਵੀ ਕਰਾਂਗੇ ਉਸ ਕੰਤੇ ਬਾਉਂਸਰ ਨਾਲ, ਕੀ ਕਹਾਣੀ ਵਾਪਰੀ ਹੈ, ਕਿੱਦਾਂ ਦਾ ਰਿਹਾ ਉਹਦਾ ਸਫ਼ਰ, ਕਿਉਂਕਿ ਪਹਿਲਾਂ ਨਾਂ ਵੱਜਦਾ ਸੀ, ਹੁਣ ਅੱਜ ਉਹਨੂੰ ਪੁੱਛਣ ਵਾਲਾ ਵੀ ਨਹੀਂ ਹੈਗਾ। ਕਿਉਂ ਘਰ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਉਹਨਾਂ ਦੇ ਜੋ ਘਰ ਦੀ ਸੀ ਉਹ ਵੀ ਕੁਝ ਟਾਈਮ ਪਹਿਲਾਂ ਸਾਹ ਛੱਡ ਕੇ ਚਲੇ ਗਏ ਸੀ ਘਰੋਂ ਤੇ ਅੱਜ ਫਿਰ ਮੁੜ ਕੇ ਵਾਪਸ ਆਏ ਨੇ। ਸੋ ਗੱਲ ਕਰਾਂਗੇ ਵੀ ਕੀ ਹਾਲਾਤ ਹੋ ਗਏ ਨੇ ਇਹੋ ਜਿਹੇ ਕਿ ਉਹਨਾਂ ਨੂੰ ਘਰ ਤੋਂ ਨਿਕਲਣਾ ਪਿਆ। ਗੱਲ ਕਰਦੇ ਹਾਂ ਉਹਨਾਂ ਦੀ ਘਰ ਦੀ ਨਾਲ, ਕਿਉਂਕਿ ਕਾਫੀ ਸਮਾਂ ਪਹਿਲਾਂ ਉਹ ਘਰ ਤੋਂ ਛੱਡ ਕੇ ਆਪਣੇ ਪੇਕੇ ਘਰ ਰਹਿਣ ਚਲੇ ਗਏ ਸੀ। ਤਕਰੀਬਨ 2 ਸਾਲ ਰਹਿਣ ਤੋਂ ਬਾਅਦ ਵਾਪਸ ਆਏ ਨੇ ਤੇ ਪੁੱਛਦੇ ਉਹਨਾਂ ਨੂੰ ਵੀ ਕੀ ਹਾਲਾਤ ਬਣੇ ਇਹੋ ਜਿਹੇ ਕਿ ਉਹਨਾਂ ਨੂੰ ਛੱਡ ਕੇ ਮਜਬੂਰਨ ਜਾਣਾ ਪਿਆ, ਕਿਉਂਕਿ ਇੱਕ ਔਰਤ ਵਾਸਤੇ ਆਪਣਾ ਘਰ ਛੱਡ ਕੇ ਜਾਣਾ ਬੜਾ ਮੁਸ਼ਕਿਲ ਹੁੰਦਾ, ਬੱਚੇ ਵੀ ਨਾਲ ਹਨ ਅਤੇ ਕਿੱਦਾਂ ਰਹਿਣਾ ਪਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਂ ਜੀ? ਸਰ ਮੇਰਾ ਨਾਮ ਪੂਨਮ ਹੈ। ਇਹ ਪੂਨਮ ਜੀ, ਕੀ ਹਾਲਾਤ ਬਣੇ ਸੀ ਉਦੋਂ ਜਦੋਂ ਤੁਸੀਂ ਘਰ ਛੱਡ ਕੇ ਚਲੇ ਸੀ? ਕੀ ਗੱਲ ਹੋਈ ਸੀ ਸਾਰੀ? ਗੱਲ ਸਰ ਕਿਉਂਕਿ ਛੋਟੀ ਮੋਟੀ ਗੱਲ ਨਹੀਂ ਹੁੰਦੀ, ਘਰ ਛੱਡ ਕੇ ਜਾਣਾ 2 ਸਾਲ ਬਾਅਦ ਵਾਪਸ ਆਉਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ, ਔਰਤ ਵਾਸਤੇ ਘਰ ਛੱਡਣਾ ਬੜਾ ਮੁਸ਼ਕਿਲ ਪੈ ਜਾਂਦਾ। ਹਾਂਜੀ ਉਹ ਤੇ ਹੈ ਸਰ। ਗੱਲ ਹੀ ਕੁਛ ਇਸ ਤਰ੍ਹਾਂ ਹੈ ਕਿ ਤੁਸੀਂ ਦੇਖ ਨਹੀਂ ਦੇ ਜੋ ਨਸ਼ਿਆਂ ਕਰਕੇ ਕਾਫੀ ਇਹਨਾਂ ਦਾ ਮਾੜੇ ਹਾਲਾਤ ਹੋ ਗਏ, ਇਸ ਕਰਕੇ ਫਿਰ ਮੈਂ ਵੀ ਅੱਕ ਕੇ ਘਰੋਂ ਚਲ ਗਈ। ਹਾਂਜੀ ਹੁਣ ਤੁਸੀਂ ਆਏ ਹੋ, ਕਿੰਨੇ ਚਿਰ ਬਾਅਦ ਆਏ ਤੇ ਹੁਣ ਘਰ ਦੇ ਹਾਲਾਤ ਕਿੱਦਾਂ ਦੇ ਨੇ? ਹੁਣ ਥੋੜਾ ਠੀਕ ਹੈ, ਜਾਣ ਨੂੰ ਕਿਤੇ ਦਿਲ ਕਰਦਾ, ਫਿਰ ਬੱਚੇ ਦੀ ਪੜ੍ਹਾਈ ਦਾ ਵੀ ਥੋੜਾ ਖਰਚਾ ਨਹੀਂ ਇੰਨਾ ਕੋ ਹੋਣ ਡਿਆ। ਮੈਂ ਇਕੱਲੀ ਸਾਰਾ ਕੁਝ ਮੈਨੇਜ ਕਰਦੀ ਸੀ, ਖਿੱਚਦੀ ਸੀ, ਬਾਹਰ ਕੰਮ ਕਰਨ ਲਈ ਵੀ ਜਾਂਦੀ ਸੀ ਤੇ ਇਸ ਕਰਕੇ ਫਿਰ ਮੈਂ ਗੁੱਸੇ ਨਾਲ ਥੋੜਾ ਚਲੀ। ਬਿਲਕੁਲ, ਕਿਉਂਕਿ ਘਰ ਦੀ ਨੇ ਆ ਕੇ ਘਰ ਕੋਲ ਰਾਸ਼ਨ ਵੀ ਮੰਗਣਾ, ਰੋਟੀ ਵੀ ਮੰਗਣੀ ਹੈ ਘਰ ਵਾਲੇ ਕੋ, ਅਗਰ ਉਹ ਨਹੀਂ ਦੇ ਪਾਉਂਦਾ ਖਿੱਚ ਕੇ ਤੇ ਫਿਰ ਉਹਨੂੰ ਕੋਈ ਨਾ ਕੋਈ ਕਦਮ ਉਠਾਉਣਾ ਹੀ ਹੈ।
ਤੇ ਉਹਨੇ ਘਰ ਛੱਡ ਕੇ ਚਲੇ ਜਾਂਦੇ ਨੇ। 2 ਸਾਲ ਪੇਕੇ ਰਹਿਣ ਦੇ ਬਾਅਦ ਹੁਣ ਘਰ ਦੇ ਹਾਲਾਤ, ਜਦੋਂ ਘਰ ਵਾਲਾ ਠੀਕ ਹੋ ਜਾਂਦਾ, ਨਸ਼ੇ ਪੱਤੇ ਛੱਡ ਦਿੰਦਾ, ਤੇ ਹੁਣ ਵਾਪਸ ਆਉਂਦੇ ਨੇ। ਤੇ ਕੀ ਮਤਲਬ ਜਦੋਂ ਤੁਸੀਂ ਗਏ ਸੀਗੇ ਉਸ ਟਾਈਮ ਕੰਮ ਨਹੀਂ ਸੀ ਕਰਦੇ ਜਾਂ ਨਸ਼ੇ 'ਚ ਜ਼ਿਆਦਾ ਆਦੀ ਹੋ ਗਏ ਸਨ? ਹਾਂਜੀ, ਕੰਮ ਕਰਦੇ ਸੀ, ਇਹ ਨਹੀਂ ਕਿ ਨਹੀਂ ਕਰਦੇ। ਜਦੋਂ ਕੋਈ ਕੰਮ ਮਿਲਦਾ ਸੀ ਕਰਦੇ ਸੀ, ਪਰ ਉਸ ਵਿੱਚ ਵੀ ਸਾਡਾ ਇੰਨਾ ਗੁਜ਼ਾਰਾ ਨਹੀਂ ਸੀ ਹੁੰਦਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਮਹਿੰਗਾਈ ਇੰਨੀ ਆ, ਖਰਚੇ ਇੰਨੇ ਆ, ਤੇ ਫਿਰ ਮੁਸ਼ਕਿਲ ਹੋ ਜਾਂਦਾ ਹੈ ਨਾ। ਕਿੱਦਾਂ ਦੇ ਫਿਰ 2 ਸਾਲ ਕਿੱਦਾਂ ਲੰਘਾਏ ਤੁਸੀਂ ਆਪਣੇ ਉੱਥੇ? ਉੱਥੇ ਵੀ ਪੇਕਿਆਂ ਘਰ ਗਈ ਸੀ ਮੈਂ, ਮੰਮੀ ਹੁਣਾਂ ਕੋਲ ਰਹਿੰਦੀ ਸੀ, ਲੇਕਿਨ ਇਹ ਨਹੀਂ ਕਿ ਮੈਂ ਉਹਨਾਂ 'ਤੇ ਵੀ ਜਾ ਕੇ ਬੋਝ ਬਣੀ। ਮੈਂ ਕਾਫੀ ਕੰਮ ਸਿੱਖੇ ਸੀ, ਪਾਰਲਰ ਦਾ, ਸਿਲਾਈ ਦਾ, ਔਰ ਮੈਂ ਆਪਣਾ ਹੀ ਕੰਮ ਕਰਦੀ ਸੀ, ਕਿਰਾਏ ਦੇ ਘਰ 'ਚ ਰਹਿੰਦੀ ਸੀ, ਨਾ ਕਿ ਮੰਮੀ ਹੁਣਾਂ ਨਾਲ। ਇਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਕਿ ਵੀ ਬੁਲਾਇਆ ਗਿਆ ਹੋਵੇ ਵੀ ਚੱਲ ਮਹੀਨੇ ਬਾਅਦ ਚੱਲ ਆ ਜਾ, ਹੁਣ ਮੈਨੂੰ ਮਾਫ ਕਰ ਦੇ, ਜਾਂ ਕਿੱਦਾਂ ਮੈਂ ਨਸ਼ੇ ਛੱਡ ਦਿੱਤੇ ਨੇ? ਅਪਰੋਚ ਕੀਤੀ ਗਈ ਤੁਹਾਡੇ ਇਹਨਾਂ ਵੱਲੋਂ? ਹਾਂਜੀ, ਡੇਲੀ ਫੋਨ 'ਚ ਗੱਲਬਾਤ ਹੁੰਦੀ ਸੀ ਸਾਡੀ ਕਿ ਘਰ ਆ ਜਾਓ ਤੁਸੀਂ, ਕੋਈ ਨਹੀਂ ਹੁਣ ਮੈਂ ਚੇਂਜ ਹੋ ਗਿਆ, ਡੈਡੀ ਵੀ ਬਿਮਾਰ ਸੀ, ਤਾਂ ਘਰ ਆ ਜਾਓ ਜਲਦੀ, ਡੈਡੀ ਮਿਸ ਕਰਦੇ ਆ ਬੇਟੀ ਨੂੰ। ਫਿਰ ਇਸ ਕਰਕੇ ਮੈਨੂੰ ਆਉਣਾ ਪਿਆ। ਡੈਡੀ ਕਰਕੇ ਆਉਣਾ ਕਿ ਤੁਸੀਂ ਵੀ ਮਿਸ ਕਰਦੇ ਸੀਗੇ? ਹਾਂਜੀ, ਉਹ ਤੇ ਹੈ, ਮੈਂ ਵੀ ਕਰਦੀ ਸੀ। ਇੱਥੋਂ ਤੱਕ ਕਿ ਮੇਰੇ ਫੋਨ ਦਾ ਰੀਚਾਰਜ ਵੀ ਇੰਨਾ ਹੀ ਕਿ ਕਰਵਾਉਂਦੀ ਹੁੰਦੀ ਸੀ ਮੈਂ। ਰਿਚਾਰਜ ਕਰਵਾਉਂਦੇ ਸੀ, ਗੱਲਬਾਤ ਹੁੰਦੀ ਸੀ, ਫਿਰ ਦਿਲ ਕਿਉਂ ਨਹੀਂ ਸੀ ਕਰਦਾ ਘਰ ਆਉਣ ਨੂੰ? ਕੋਈ ਆਪਣਾ ਘਰ ਸੀ, ਕੋਈ ਬਗਾਨਾ ਥੋੜ੍ਹੀ ਜਿਹੀ ਘਰ ਤੁਹਾਡੇ ਘਰ ਵਾਲੇ ਦਾ ਸੀਗਾ, ਆਪਣਾ ਸੀਗਾ, ਤੇ ਉਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਆ ਕੇ ਬਹਿ ਕੇ ਸਮਝਾ ਵੀ ਸਕਦੇ ਸੀ। ਹੁੰਦੀਆਂ ਸੀ, ਬਸ ਮੈਂ ਇਹੀ ਸੋਚਦੀ ਸੀ। 1 ਸਾਲ ਤੇ ਪਹਿਲੇ ਲੋਕਡਾਊਨ, ਇਹ ਇਹਨਾਂ ਦੀ ਗੱਲ ਸਹੀ ਹੈ, 1 ਸਾਲ ਪਹਿਲੇ ਲੋਕਡਾਊਨ ਲੱਗਾ ਰਿਹਾ, ਉਹਦੇ ਕਾਰਨ ਸਾਡੇ ਉੱਧਰੋਂ ਆਉਣਾ ਜਾਣਾ ਮੁਸ਼ਕਿਲ ਸੀ। 3 ਦਿਨ ਲੱਗ ਜਾਂਦੇ ਨੇ ਆਸਾਮ 'ਚ ਆਉਣਾ, ਤੇ ਉਹਦੇ ਕਰਕੇ ਵੀ ਥੋੜ੍ਹਾ ਮੈਂ ਫਸ ਗਈ ਸੀ। ਤੇ ਹੁਣ ਕਿੱਦਾਂ ਦੇ ਹਾਲਾਤ ਨੇ? ਹੁਣ ਤੁਸੀਂ ਖੁਸ਼ ਹੋ ਵੀ ਇਹਨਾਂ ਨੇ ਸਭ ਕੁਝ ਛੱਡ ਦਿੱਤਾ, ਤੁਹਾਡਾ ਹੁਣ ਕਹਿਣਾ ਮੰਨਦੇ ਪੂਰਾ? ਹਾਂਜੀ, ਹੁਣ ਠੀਕ ਨੇ। ਕਿਤੇ ਨਾ ਕਿਤੇ ਫਿਰ 2 ਸਾਲ ਕੱਢਣੇ ਬੜਾ ਵੱਡਾ ਹੁੰਦਾ, ਸਾਲ ਛੋਟਾ ਨਹੀਂ ਹੁੰਦਾ। 2 ਸਾਲ ਕੱਢਣੇ ਘਰ ਤੋਂ ਬਗੈਰ, ਕਿਉਂ ਘਰ ਵਾਲਿਆਂ ਨੇ ਬੱਚੇ ਤੋਂ ਬਗੈਰ ਕੱਢਣੇ ਆ। ਇੱਕ ਘਰ 'ਚ ਰੌਣਕ ਹੁੰਦੀ ਆ, ਘਰ ਵਾਲੀ ਆਪਸੀ ਸਹਿਮਤੀ ਹੋਵੇ ਤਾਂ ਰੌਣਕ ਹੁੰਦੀ, ਬੱਚਿਆਂ ਦੀ ਰੌਣਕ ਹੁੰਦੀ ਆ। ਹਾਂਜੀ, ਉਹ ਤੇ ਹੈ। ਗੁੜੀਆ ਵੀ ਬਹੁਤ ਮਿਸ ਕਰਦੀ ਸੀ, ਕਦੀ ਕਦੀ ਮੇਰੇ ਨਾਲ ਲੜਦੀ ਸੀ, ਚਲੋ ਪਾਪਾ ਕੋ, ਚਲੋ ਪਾਪਾ ਕੋ। ਫਿਰ ਕੁਛ ਇੱਦਾਂ ਦੀ ਪ੍ਰੋਬਲਮ ਹੀ ਹੋ ਗਈ ਕਿ ਮੇਰੇ ਕੋ ਵੀ ਨਹੀਂ ਹੈ। ਫੋਨ ਕਰਦੇ ਹੁੰਦੇ ਰੋ ਵੀ, ਤੁਸੀਂ ਰੋ ਵੀ ਪੈਂਦੇ ਹੋਣੇ? ਹਾਂਜੀ, ਉਹ ਤੇ ਹੈ, ਕਾਫੀ ਜ਼ਿਆਦਾ ਦੁੱਖ ਤੇ ਬਹੁਤ ਲੱਗਦਾ ਸੀ, ਕੀ ਕਰਨਾ। ਹੁਣ ਖੁਸ਼ ਹੋ? ਹਾਂਜੀ ਜੀ ਬਿਲਕੁਲ, ਹੁਣ ਖੁਸ਼ੀ ਨੇ, ਖੁਸ਼ ਨੇ, ਆਪਣੇ ਘਰ ਆ ਗਏ ਨੇ 2 ਸਾਲ ਬਾਅਦ। ਤੋਂ ਘਰ ਵਾਲਾ ਵੀ ਜੋ ਹੈ ਵੀ ਆਪਣੇ ਨਸ਼ੇ ਛੱਡ ਦਿੱਤੇ ਨੇ, ਹੁਣ ਆਪਣੇ ਲਾਈਨ ਤੇ ਤੁਰ ਪਿਆ, ਦਿਹਾੜੀ ਦੱਪਾ ਵੀ ਕਰਦਾ ਹੈ, ਘਰ ਦਾ ਗੁਜ਼ਾਰਾ ਵੀ ਚੱਲਦਾ। ਸੋ ਹੁਣ ਸਾਡੇ ਨਾਲ ਮੌਜੂਦ ਨੇ ਕੰਤਾ ਬਾਉਂਸਰ ਜੀ, ਜੋ ਕਿ ਕਾਫੀ ਮਸ਼ਹੂਰ ਨੇ, ਆਪਣੇ ਟਾਈਮ ਤੇ ਕਾਫੀ ਨਾਮ ਵੀ ਵੱਜਦਾ ਰਿਹਾ ਕੰਤਾ ਬਾਉਂਸਰ ਦੇ ਨਾਮ ਤੇ। ਤੇ ਗੱਲ ਵੀ ਕਰਾਂਗੇ ਉਹਨਾਂ ਨਾਲ ਕਿ ਕੀ ਕਹਿਣਾ ਹੈ ਵੀ ਕਿੱਦਾਂ ਦੀ ਜ਼ਿੰਦਗੀ ਨਿਕਲੀ ਆ, ਕਿਉਂਕਿ ਪਹਿਲਾਂ ਤਾਂ ਨਾਮ ਵੱਜਦਾ ਸੀਗਾ, ਲੋਕੀ ਵੀ ਸਾਥ ਦਿੰਦੇ ਸੀ, ਤੇ ਹੁਣ ਆਪਣੇ ਵੀ ਪਿੱਛੇ ਹਟ ਗਏ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਕਿੱਦਾਂ ਦੇ ਹਾਲਾਤ ਰਹੇ ਆ? ਕਈ ਔਕੜਾਂ ਆਈਆਂ ਤੁਹਾਨੂੰ, ਪਹਿਲਾਂ ਤੇ ਕਾਫੀ ਨਾਮ ਵੀ ਵੱਜਦਾ ਸੀਗਾ, ਉਸ ਤੋਂ ਬਾਅਦ ਘਰ ਦੇ ਹਾਲਾਤ ਵੀ ਮਾੜੇ ਹੋ ਗਏ, ਤੁਹਾਡੇ ਵੀ ਹੋ ਗਏ, ਤੁਸੀਂ ਵੀ ਨਸ਼ੇ ਪੈ ਗਏ, ਕਿੱਦਾਂ ਨਿਕਲਿਆ ਜ਼ਿੰਦਗੀ? ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਵੇਖੋ ਜੀ, ਮੈਂ ਤਾਂ ਇੱਕ ਗੱਲ ਸਮਝਦਾ ਕਿ ਜੋ ਪ੍ਰਮਾਤਮਾ ਨੇ ਸਾਡੀ ਜ਼ਿੰਦਗੀ ਲਿਖ ਦਿੱਤੀ ਆ, ਔਰ ਜਿੱਦਾਂ ਉਹਨੇ ਲਿਖ ਦਿੱਤਾ ਆ, ਇਹਨੂੰ ਕੋਈ ਟਾਲ ਨਹੀਂ ਸਕਦਾ, ਠੀਕ ਹੈ। ਔਰ ਮੇਰੀ ਜ਼ਿੰਦਗੀ ਇਸ ਤਰ੍ਹਾਂ ਲੰਘੀ ਆ ਕਿ ਚਲੋ ਵਧੀਆ ਸਕੂਲ 'ਚ ਮੈਨੂੰ ਉਹਨਾਂ ਨੇ ਪੜ੍ਹਾਇਆ ਲਿਖਾਇਆ, ਔਰ ਹੋਸਟਲ ਵਿੱਚ ਮੈਨੂੰ ਉਹਨਾਂ ਨੇ ਪਾਇਆ ਸੀ, ਬਟਾਲੇ ਮੈਥੋਡਿਸਟ ਹੋਸਟਲ 'ਚ ਮੈਂ ਪੜ੍ਹਿਆ ਆ। ਔਰ ਉੱਥੋਂ ਹੀ ਮੈਂ 6ਵੀਂ 7ਵੀਂ ਕਲਾਸ ਤੋਂ ਮੈਂ ਆਪਣੀ ਜਿਹੜੀ ਆ ਮਿਹਨਤ ਲਾਉਣੀ ਜਿਹੜੀ ਆ ਸ਼ੁਰੂ ਕਰ ਦਿੱਤੀ ਸੀ। ਮੈਂ ਦੱਸਿਆ ਵੀ ਇਹ ਆਪਣੀਆਂ ਪਿਛਲੀਆਂ ਇੰਟਰਵਿਊਆਂ ਵਿੱਚ ਕਿ ਇੱਕ ਮੈਂ ਆਪਣੇ ਪਹਿਲਵਾਨ, ਸਾਡੇ ਜੋ ਨਾਮੀ ਪਹਿਲਵਾਨ ਰਹਿ ਚੁੱਕੇ ਨੇ ਦਾਰਾ ਸਿੰਘ ਜੀ, ਔਰ ਉਹਨਾਂ ਦੀ ਇੱਕ ਲਾਇਬ੍ਰੇਰੀ ਵਿੱਚੋਂ ਇੱਕ ਮੈਂ ਬੁੱਕ ਵੇਖੀ ਸੀ, ਔਰ ਉਹਨਾਂ ਬੁੱਕ ਦੇ ਉੱਤੇ ਇੱਕ ਉਹਨਾਂ ਦੀ ਮੈਂ ਫੋਟੋ ਦੇਖੀ ਸੀ ਕਿ ਪਿੱਛੇ ਉਹਨਾਂ ਦੇ ਨਾਮ ਪਏ ਹੋਏ ਆ, ਔਰ ਇੱਦਾਂ ਉਹ ਬੈਠੇ ਆ, ਔਰ ਉਹਨਾਂ ਦੀ ਚੈਸਟ, ਉਹਨਾਂ ਦੇ ਡੋਲੇ, ਇੱਕ ਬੜਾ ਵਧੀਆ ਮੈਨੂੰ ਲੱਗਾ। ਔਰ ਮੇਰੇ ਮਨ 'ਚ ਐਸੀ ਇੱਕ ਗੱਲ ਬੈਠੀ ਕਿ ਮੈਂ ਫਿਰ ਮਤਲਬ ਵੀ ਮਿਹਨਤ ਜਿਹੜੀ ਆ ਉਸ ਦਿਨ ਤੋਂ ਹੀ ਜਿਹੜੀ ਆ ਮਿਹਨਤ ਮੈਂ ਸ਼ੁਰੂ ਕਰ ਦਿੱਤੀ। ਤੁਸੀਂ ਬਕਾਇਦਾ ਹੋਸਟਲ ਜਾ ਕੇ ਵੀ ਮੇਰੀ ਇਹ ਲਾਈਫ ਬਾਰੇ ਪੁੱਛ ਸਕਦੇ ਹੋ ਕਿ ਉੱਥੇ ਇੱਕ ਮੈਂ ਫਨੀ ਟਾਈਪ ਰਹਿੰਦਾ ਸੀ, ਹਰ ਟਾਈਮ ਕਮੇਡੀ, ਹੱਸਦੇ ਖੇਡਦੇ ਰਹਿਣਾ। ਔਰ ਉੱਥੇ ਇੱਥੋਂ ਤੱਕ ਕਿ ਉਹ ਖੁਦ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਹੋ ਉਹਨਾਂ ਨੂੰ ਕਿ ਕਿੱਦਾਂ ਮੈਂ ਆਪਣਾ ਜਿਹੜਾ ਇਹ ਇੱਕ ਸਟੰਟ ਕਰਦਾ ਹੁੰਦਾ ਸੀ, ਛਾਲਾਂ ਮਾਰਨੀਆਂ, ਕੰਧ ਦੇ ਉੱਤੇ ਖਲੋ ਜਾਣਾ, ਮਤਲਬ ਕੋਠੇ ਦੇ ਉੱਤੋਂ ਛਾਲ ਮਾਰਨੀਆਂ, ਥੱਲੇ ਜਿਹੜੀ ਕੰਧ ਇੱਦਾਂ ਬਣੀ ਆ ਉਹਦੇ ਉੱਤੇ ਜਾ ਕੇ ਇੱਦਾਂ ਹੀ ਜਾ ਕੇ ਕਿ ਪੂਰੀ ਜਵਾਨੀ
ਚੜੀ ਜਵਾਨੀ 'ਚ ਕੰਮ ਹੋਸਟਲ ਟਾਈਮ ਦੀ ਆ। ਹੋਸਟਲ ਟਾਈਮ ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਮਤਲਬ ਗੱਲ ਕਿ ਉੱਥੋਂ ਫਿਰ ਤੁਰਦੀ ਜ਼ਿੰਦਗੀ ਮੇਰੀ +2 ਤੱਕ, ਉਸ ਟਾਈਮ ਤੇ ਮੇਰਾ ਕੋਈ ਇਦਾਂ ਦਾ ਵਿਚਾਰ ਨਹੀਂ ਸੀ। ਬਾਕੀ ਉਸ ਟਾਈਮ ਕੁਝ ਹਾਲਾਤ ਇਦਾਂ ਦੇ ਸਨ ਕਿ ਜਦੋਂ ਮੈਂ ਕੋਈ ਖਬਰਾਂ ਸੁਣਦਾ ਹੁੰਦਾ ਸੀ ਕਿ ਮੇਰੇ ਮਨ ਦੇ ਵਿੱਚ ਉੱਠਦੀ ਹੁੰਦੀ ਸੀ ਇਹ ਗੱਲ ਕਿ ਮੈਂ ਇਦਾਂ ਦਾ ਬਣਨਾ ਆ ਕਿ ਜਿਹੜੇ ਮਾੜੇ ਬੰਦਿਆਂ ਨੂੰ ਤੰਗ ਕਰਦੇ ਆ ਜਾਂ ਉਹਨਾਂ ਦਾ ਜ਼ੋਰ ਪੈ ਜਾਂਦਾ ਆ। ਔਰ ਇਸ ਗੱਲ ਨੂੰ ਜਿਹੜਾ ਵਾ ਇਹਨੂੰ ਮੈਂ ਰੋਕਣਾ ਵਾ ਕਿ ਕੋਈ ਮਾੜੇ ਬੰਦੇ ਉੱਤੇ ਜਿਹੜਾ ਵਾ ਉਹਦੇ ਉੱਤੇ ਕੋਈ ਦਬਦਬਾ ਨਾ ਹੋਏ, ਕਿਉਂਕਿ ਮੇਰਾ ਜਿਹੜਾ ਦਿਲ ਆ ਨਾ ਉਹ ਝੱਟ ਹੀ ਜਿਹੜਾ ਇਮੋਸ਼ਨਲ ਹੋ ਜਾਂਦਾ ਆ ਕਿ ਮੇਰੇ ਕੋਲ ਵੇਖਿਆ ਨਹੀਂ ਜਾਂਦਾ। ਔਰ ਇਹਦਾ ਚਲਦੀ ਜ਼ਿੰਦਗੀ ਜਿਹੜੀ ਮੈਂ ਆਪਣਾ ਹੋਸਟਲ ਛੱਡਿਆ ਆ। ਔਰ +1 ਵਿੱਚ ਮੈਂ ਉਹਨਾਂ ਕੋਲ ਪਰਮਿਸ਼ਨ ਲਈ ਹੈ ਕਿ ਮੈਂ ਜਿਮ ਲਾਉਣਾ ਹੈ। ਉਹ ਆਂਦੇ ਇੱਦਾਂ ਨਹੀਂ ਹੋਣਾ, ਫਿਰ ਮੈਂ ਜਿਮ ਕਰਕੇ ਹੋਸਟਲ ਛੱਡ ਦਿੱਤਾ। ਔਰ ਫਿਰ +2 ਦੇ ਬੋਰਡ ਦੇ ਪੇਪਰ ਸੀ, ਉਹਦੇ ਕਰਕੇ ਮੈਨੂੰ ਥੋੜ੍ਹਾ ਚਿਰ ਉੱਥੇ ਹੋਸਟਲ ਜਾਣਾ ਪਿਆ ਸੀ। ਔਰ ਪੇਪਰ ਜਿਹੜੇ ਆ ਉਹ ਦੇਣੇ ਪਏ ਕਿਉਂਕਿ ਉੱਥੇ ਜਾਣਾ ਹੀ ਮੈਨੂੰ ਪੈਣਾ ਸੀ। ਉਹ ਆਂਦੇ ਸੀ ਵੀ ਇੱਦਾਂ ਨਹੀਂ ਹੋਣਾ। ਅਤੇ ਫਿਰ ਮੈਨੂੰ ਥੋੜ੍ਹਾ ਚਿਰ ਆਪਣੀ ਮਿਹਨਤ, ਪਰ ਮੈਨੂੰ ਦੁੱਖ ਬੜਾ ਲੱਗਾ ਸੀ ਕਿ ਮੈਂ ਉੱਥੇ ਆਪਣੀ ਜਿਹੜੀ ਮਿਹਨਤ ਆ ਅੰਦਰੇ ਹੀ ਜਾਰੀ ਰੱਖੀ ਕਿਉਂਕਿ ਜਿਮ ਵਿੱਚ ਸਾਨੂੰ ਸਾਰਾ ਸਮਾਨ ਮਿਲ ਜਾਂਦਾ। ਔਰ ਮੇਰਾ ਪਹਿਲਾ ਜਿਹੜਾ ਜਿਮ ਹੈਗਾ ਵਾ ਉਹ ਬਟਾਲੇ ਕਾਦੀਆਂ ਆਪਣਾ ਗੁਰਦਾਸਪੁਰ ਰੋਡ 'ਤੇ ਫਾਟਕ, ਉਹਦੇ ਨਾਲ ਹੀ ਇੱਕ ਰੰਧਾਵਾ ਜਿਮ ਉਦੋਂ ਪਹਿਲਾਂ ਉਹੀ ਖੁੱਲ੍ਹਾ ਸੀ ਅਤੇ ਉੱਥੇ ਮੈਂ ਆਪਣੀ ਮਿਹਨਤ ਜਿਹੜੀ ਆ ਉਹ ਸ਼ੁਰੂ ਕੀਤੀ ਸੀ। ਔਰ ਫਿਰ ਕਰਦੇ ਕਤਰਦੇ ਫਿਰ ਸਾਡਾ ਇੱਕ ਪਿੰਡ 'ਚ ਇੱਥੇ ਮੇਰਾ ਭਰਾ ਸੀ ਘੋਦਰ, ਔਰ ਇਸ ਟਾਈਮ ਉਹਦੀ ਡੈਥ ਹੋ ਚੁੱਕੀ ਆ। ਔਰ ਬੜਾ ਉਹਨੂੰ ਵੀ ਮੈਂ ਮਿਸ ਕੀਤਾ, ਮੇਰਾ ਵੀਰ ਹੀ ਵਿੱਕੀ ਸ਼ੰਕਰਪੁਰੀਆ। ਔਰ ਹੋਰ ਕਾਫੀ ਸਾਡੇ ਆਪਣੇ ਪਿੰਡ ਦੇ ਮੁੰਡੇ ਹੈਗੇ ਸੀ। ਔਰ ਅਸੀਂ ਜਿੱਥੇ ਜਾਂਦੇ ਸੀ ਇਕੱਠੇ ਜਾਂਦੇ, ਰਹਿਣਾ ਵੀ ਇਕੱਠੇ, ਜਿਉਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇੱਕ ਵਾਰੀ ਅਸੀਂ ਘਰੋਂ ਬਾਹਰ ਆ ਗਏ ਹਾਂ, ਫਿਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਘਰ ਅਸੀਂ ਹੁਣ ਜਾਣਾ ਕਿ ਨਹੀਂ ਜਾਣਾ। ਰਾਤ ਨੂੰ ਫਿਰ ਅਸੀਂ ਵਾਪਸੀ ਸਾਡੇ ਆਪਣੇ ਘਰਾਂ ਵਿੱਚ ਹੁੰਦੀ ਸੀ। ਔਰ ਜੋ ਸਾਡੇ ਗਾਂ ਇੱਦਾਂ 1-2 ਲੜਾਈਆਂ ਹੋਈਆਂ ਵਾ, ਉਹਦੇ ਤੋਂ ਬਾਅਦ ਸਾਡੇ ਇੱਦਾਂ ਮਤਲਬ ਵੀ ਬਹਿਣਾ ਖਲੋਣਾ ਸ਼ੁਰੂ ਹੋਏ ਆ। ਔਰ 1-2 ਲੜਾਈ ਹੋਈ ਆ, ਉਸ ਤੋਂ ਵੱਧਦਾ ਕੰਮ ਜਿਹੜਾ ਵਾ ਉਹ ਫਿਰ ਵੱਧ ਗਿਆ। ਫਿਰ ਅਸੀਂ ਦੋਵਾਂ ਭਰਾਵਾਂ ਨੇ, ਮੈਂ ਅਤੇ ਘੋਦਰ ਨੇ, ਆਪਣਾ ਸ਼ੂਗਰ ਮਿਲ 'ਤੇ ਜਿਮ ਸ਼ੁਰੂ ਕੀਤਾ। ਔਰ ਫਿਰ ਉਸ ਤੋਂ ਬਾਅਦ ਫਿਰ ਅਸੀਂ ਸ਼ਹਿਰ ਵੀ ਸ਼ੁਰੂ ਕੀਤਾ। ਚਲੋ ਸ਼ਹਿਰ ਤੱਕ ਤਾਂ ਉਹ ਨਹੀਂ ਗਿਆ, ਫਿਰ ਮੈਂ ਇਕੱਲਾ ਹੀ ਜਾਂਦਾ ਸੀ। ਔਰ ਕਹਿ ਲਓ ਕਿ ਜਿੱਦਾਂ ਕਿ ਕਾਫੀ ਸਾਡਾ ਨਾਂ ਜਿਹੜਾ ਸੀ ਉਹ ਹੋ ਚੁੱਕਾ ਸੀ। ਕੰਤਾ ਬਦਮਾਸ਼ ਦੇ ਨਾਂ 'ਤੇ ਕਾਫੀ ਮਸ਼ਹੂਰ ਵੀ ਰਹੇ। ਬਦਮਾਸ਼ 'ਤੇ ਜੀ ਦੁਨੀਆ ਨੇ ਜੋੜ ਦਿੱਤਾ। ਉਹਦਾ ਇਹ ਆ ਵੀ ਸਾਡੇ ਪਿੰਡ ਵਾਲੇ ਵੀ ਸਾਨੂੰ ਪਿਆਰ ਕਰਦੇ ਸੀ, ਸਾਡੇ ਬਾਹਰ ਵਾਲੇ ਵੀ। ਹਾਂ, ਕੁਝ ਵਿੱਚੋਂ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਇਹ ਚੰਗਾ ਲੱਗਦਾ, ਜੋ ਨਹੀਂ ਇਹ ਚੀਜ਼ ਨੂੰ ਬਰਦਾਸ਼ਤ ਕਰਦੇ ਕਿ ਇਹਨਾਂ ਦਾ ਨਾਂ ਆ ਜਾਂ ਕਿੱਦਾਂ ਲਾ ਲਓ, ਹੈ ਨਾ, ਵੀ ਨਹੀਂ ਕਿਸੇ ਕੋ ਝੱਲਿਆ ਜਾਂਦਾ। ਉਹਦਾ ਜੇ ਮੇਰੇ ਹਾਲਾਤ ਵੇਖੋ ਘਰ ਦੇ, ਤੇ ਇਸ ਹਿਸਾਬ ਨਾਲ ਤਾਂ ਕੋਈ ਕਹਿ ਨਹੀਂ ਸਕਦਾ ਕਿ ਇਹ ਬੰਦਾ ਇੱਥੋਂ ਤੱਕ। ਮੇਰੇ ਆਪਣੇ ਜਿਹੜੇ ਮੇਰੇ ਨਾਲ ਹੋਸਟਲ ਟਾਈਮ ਦੇ ਮੇਰੇ ਮੁੰਡੇ ਪੜ੍ਹਦੇ ਸੀ, ਸਨਈਏ ਤੋਂ ਹੈਗੇ ਮੇਰੇ ਭਰਾ। ਔਰ ਉਹਨਾਂ ਨੂੰ ਵੀ ਜਦ ਪਤਾ ਲੱਗਾ, ਉਹ ਵੀ ਨਹੀਂ ਸੀ ਇਸ ਗੱਲ ਨੂੰ ਮੰਨਦੇ ਕਿ ਉਹਦਾ ਤਾਂ ਦਿਲ ਹੀ ਨਹੀਂ ਸੀ ਇੰਨਾ ਹੈਗਾ, ਉਹ ਕਿੱਦਾਂ ਇਹ ਲੈਣ ਦੇ ਵਿੱਚ ਆ ਗਿਆ ਵਾ। ਔਰ ਫਿਰ ਜਦੋਂ ਮੰਤਰੀਆਂ ਨਾਲ ਸਾਡਾ ਹੋ ਗਿਆ ਸਿਸਟਮ, ਫਿਰ ਕਾਫੀ ਬੰਦਿਆਂ ਨਾਲ ਸਾਡਾ ਮੇਲ ਜੋਲ ਹੋ ਗਿਆ, ਫਿਰ ਨਾਂ ਸਾਡਾ ਹੋ ਗਿਆ। ਫਿਰ ਸ਼ਹਿਰ ਦੇ ਵਿੱਚ ਕੁਛ ਮੁੰਡੇ ਸਨ ਇਸ ਟਾਈਮ, ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਦੀ ਵੀ ਬੜੀ ਮਸ਼ਹੂਰੀ ਸੀ। ਫਿਰ ਉਹ ਵੀ ਸਾਨੂੰ ਮਿਲ ਗਏ, ਸਾਡਾ ਭਰਾਵਾਂ ਵਾਂਗੂ ਪਿਆਰ ਪੈ ਗਿਆ ਅਤੇ ਸਾਡਾ ਜਿਹੜਾ ਗਰੁੱਪ ਇੱਕ ਕਾਫੀ ਮਜ਼ਬੂਤ ਹੋ ਗਿਆ ਸੀ। ਔਰ ਫਿਰ ਵੇਖੋ ਫਿਰ ਨਸ਼ਾ ਸਾਡੀ ਜ਼ਿੰਦਗੀ 'ਚ ਆ ਗਿਆ। ਚਲੋ ਮੇਰੀ ਜ਼ਿੰਦਗੀ 'ਚ ਆਇਆ, ਉਹਨਾਂ ਦੀ ਨਹੀਂ ਆਇਆ। ਬਿਲਕੁਲ ਗੱਲ ਕਰਦੇ ਹਾਂ ਜੀ। ਤੁਸੀਂ ਹੁਣ ਬਾਉਂਸਰ ਰਹੇ ਹੋ, ਆ ਜਿਹੜੇ ਰਾਜਨੀਤਿਕ ਪਾਰਟੀ ਦੇ ਨੇਤਾ ਹੈਗੇ ਨੇ, MLA ਵਗੈਰਾ ਕਈ ਆਏ ਨੇ, ਕਈਆਂ ਨਾਲ ਤੁਸੀਂ ਬਾਉਂਸਰਿੰਗ ਕੀਤੀ ਹੈ, ਕਈਆਂ ਦੇ ਨਾਲ ਵੀ ਰਹੇ ਹੋ, ਅਤੇ ਉਹਨਾਂ ਨੇ ਤੁਹਾਡਾ ਕੁਝ ਨਹੀਂ ਸਵਾਰਿਆ, ਕੋਈ ਨਹੀਂ ਤੁਹਾਨੂੰ, ਮਤਲਬ ਜੇ ਘਰ ਦੇ ਹਾਲਾਤ ਵੇਖੇ, ਘਰ ਦੇ ਹਾਲਾਤ ਇੰਨੇ ਕੁ ਮਾੜੇ ਨੇ, ਇਹ ਤੋਂ ਵੱਧ ਵਧੀਆ ਹਾਲਾਤ ਦਿਹਾੜੀਦਾਰ ਟੱਪੇ ਬੰਦਾ ਕਰਨ ਵਾਲੇ ਹੁੰਦੇ ਨੇ। ਕਰ ਲੈਂਦਾ ਜੀ। ਹਾਂਜੀ, ਮੈਂ ਨਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੈਨੂੰ ਇਹ ਇੱਕ ਆਸ ਹੀ ਨਹੀਂ ਹੈਗੀ, ਕਿਉਂਕਿ ਅਸੀਂ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਹੈਗੇ ਕਿ ਕਿਸੇ ਅੱਗੇ ਹੱਥ ਫੈਲਾਉਣੇ ਆ। ਸਾਡੇ ਮੁੰਡਿਆਂ ਦਾ ਵੀ ਇਹ ਗੱਲਬਾਤ ਹੈਗੀ ਕਿ ਸਾਨੂੰ ਕੋਈ ਕਹਿ ਵੀ ਦਿੰਦਾ ਸੀ ਨਾ ਕਿ ਭਾਜੀ ਸੇਵਾ ਦੱਸੋ ਜਾਂ ਕੋਈ ਸਾਨੂੰ ਕੰਮ ਦੱਸੋ, ਅਤੇ ਅਸੀਂ ਕਹਿ ਦਿੰਦੇ ਸੀ ਵੀ ਨਹੀਂ ਸਾਨੂੰ ਜਿਹੜਾ ਵਾ ਪੈਸਾ ਨਹੀਂ ਚਾਹੀਦਾ, ਕਿਉਂਕਿ ਉਦੋਂ ਇਹ ਚੀਜ਼ ਨੂੰ ਮੰਨਿਆ ਨਹੀਂ ਸੀ ਜਾਂਦਾ। ਹੁਣ ਤਾਂ ਵੇਖੀਏ ਨਾ, ਅਤੇ ਹੁਣ ਦੇ ਸਮੇਂ ਵਿੱਚ ਜਿਹੜੀ ਸ਼ਰਮ ਨਾਂ ਦੀ ਚੀਜ਼ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ। ਔਰ ਇਨਸਾਨੀਅਤ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਮੈਂ ਇਹ ਨਹੀਂ ਕਹਿੰਦਾ, ਕੁਝ ਵੀਰ ਹੈਗੇ ਨੇ ਕੁਝ ਜਿਹੜੇ ਲੋਕਾਂ ਦੀ ਮਦਦ ਵੀ ਕਰਦੇ ਨੇ ਔਰ ਲੋਕਾਂ ਨੂੰ ਸਮਝਦੇ ਵੀ ਆ, ਔਰ ਉਹਨਾਂ ਦੇ ਨਾਲ ਵੀ ਖੜ੍ਹਦੇ ਨੇ, ਖਲੋਂਦੇ ਨੇ। ਔਰ ਹੁਣ ਇੱਦਾਂ ਦਾ ਸਿਸਟਮ ਹੋ ਚੁੱਕਾ ਕਿ ਜੇ ਸਾਡੇ ਕੋਲ ਕੁਝ ਹੈਗਾ ਆ ਤਾਂ ਠੀਕ ਆ, ਨਹੀਂ ਹੈਗਾ ਅਤੇ ਉਹ ਆਪਣੇ ਰਾਹ ਅਤੇ ਉਹ ਆਪਣੇ ਰਾਹ। ਨਸ਼ੇ 'ਚ ਦਲਦਲ ਵੀ ਕਿੱਦਾਂ ਪਏ ਹੋ ਤੁਸੀਂ? ਐਡਾ ਸੋਹਣਾ ਸਰੀਰ ਬਣਾ ਕੇ, ਐਡੀ ਪਾਪੂਲੇਸ਼ਨ ਆਪਣੀ ਕਰਕੇ ਇੰਨਾ ਪਾਪੂਲਰ ਹੋਏ ਹੋ ਤੁਸੀਂ, ਕੰਤਾ ਬਾਉਂਸਰ ਦੇ ਨਾਮ ਦੇ ਮਸ਼ਹੂਰ ਹੋਏ, ਮੁੜ ਕੇ ਯਕਦਮ ਹੀ ਨਸ਼ੇ 'ਚ ਪੈ ਕੇ, ਤੇ ਕਿੱਦਾਂ ਸਾਰਾ? ਇਹ ਇੱਦਾਂ ਕਿ ਸਾਡੇ ਟਾਈਮ ਚੱਲਦੇ ਸੀ ਕੈਪਸੂਲ। ਔਰ ਸੌਰੀ, ਮੈਂ ਮਾਫੀ ਚਾਹਾਂਗਾ, ਮੇਰੇ ਵੀਰ ਆਏ ਆ ਜਾਓ ਗੁਰਪ੍ਰੀਤ, ਇੱਧਰ
ਇਹ ਨਸ਼ੇ ਬਾਰੇ ਗੱਲ ਕਰਦੇ ਫਿਰ ਕਿੱਦਾਂ ਤੁਸੀਂ ਉਸ ਦਲਦਲ 'ਚ ਫਸੇ? ਹਾਂਜੀ, ਉਸ ਟਾਈਮ ਸਾਡੇ ਦੌਰ ਤੇ ਕੈਪਸੂਲ ਜ਼ਿਆਦਾ ਚੱਲਦੇ ਸੀ। ਔਰ ਇੱਦਾਂ ਹੈ ਕਿ ਚਲੋ ਹੁਣ ਮੈਂ ਹਰ ਇੱਕ ਵੀਡੀਓ ਦੇ ਵਿੱਚ ਵੀ ਦੱਸਿਆ ਵਾ, ਪਰ ਇਹ ਹੈ ਕਿ ਉਸ ਟਾਈਮ ਜਦੋਂ ਕੈਪਸੂਲ ਇਹ ਚੱਲਦੇ ਸੀ, ਉਹ ਕੈਪਸੂਲਾਂ ਤੋਂ ਹੀ ਕੰਮ ਸ਼ੁਰੂ ਹੋਇਆ ਮੇਰਾ। ਔਰ ਜਦ ਕਿ ਉਹ ਕੈਪਸੂਲਾਂ ਦਾ ਸਰੂਰ ਜਦੋਂ ਹੋਇਆ ਤੇ ਉਹ ਫਿਰ ਉਹ ਤੋਂ ਅਗਲੇ ਦਿਨ ਫਿਰ ਉਹ ਚੀਜ਼ ਨੂੰ ਵਰਤਿਆ, ਫਿਰ ਉਹ ਤੋਂ ਅਗਲੇ ਦਿਨ ਉਹਦਾ ਮਤਲਬ ਵੀ ਜੋ ਸਰੂਰ ਜਦੋਂ ਹੋ ਜਾਂਦਾ ਸੀ ਤਾਂ ਬੜਾ ਮਜ਼ਾ ਜਿਹਾ ਆਉਂਦਾ ਵੀ ਵਾਕਿਆ ਇਹ ਦੁਨੀਆ ਦੇ ਵਿੱਚ ਤੁਰੇ ਫਿਰਨੇ ਆ, ਕਿਉਂਕਿ ਖੂਨ ਹੀ ਖੁਰਾਕਾਂ ਖਾਧੀਆਂ ਸੀ, ਸਰੀਰ ਏਡੇ ਏਡੇ ਤਗੜੇ ਸੀ। ਔਰ ਫਿਰ ਉਹਦੇ ਤੋਂ ਬਾਅਦ ਵੱਧਦਾ ਕੰਮ ਜਿਹੜਾ ਵਾ ਵੱਧਦਾ ਗਿਆ। ਉਹ ਪਤਾ ਹੀ ਨਹੀਂ ਲੱਗਾ ਕਦ ਹਫ਼ਤੇ ਹੋ ਗਏ ਆ, ਕਦ ਮਹੀਨੇ ਹੋ ਗਏ, ਕਦ ਸਾਲ ਲੰਘ ਗਏ ਆ। ਉਹ ਉਦੋਂ ਹੀ ਪਤਾ ਲੱਗਾ ਜਿੱਦਣ ਆਪ ਹੀ ਜਾ ਕੇ ਲੈਣੇ ਪਿਆ ਵਾ ਸਮਾਨ ਵੀ ਹਾਂਜੀ ਭਾਜੀ ਆਹ ਚੀਜ਼ ਦੀ ਲੋੜ ਸੀ ਸਾਨੂੰ। ਉਦੋਂ ਜਾ ਕੇ ਫਿਰ ਪਤਾ ਲੱਗਾ ਕਿ ਇਸ ਚੀਜ਼ ਨਾਲ ਮੈਂ ਗੰਢਿਆ ਗਿਆ ਵਾਂ। ਨਸ਼ੇ ਕਰਨ ਤੋਂ ਬਾਅਦ ਘਰ 'ਚ ਵੀ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਵੀ ਘਰ ਦੀ ਨਾਲ ਦੀ ਛੱਡ ਕੇ ਪੇਕੇ ਚਲ ਜਾਂਦੀ ਹੈ ਤੇ 2 ਸਾਲ ਬਾਅਦ ਤਕਰੀਬਨ ਹੁਣ ਵਾਪਸ ਆਉਂਦੇ ਆ। ਕਿੱਦਾਂ ਲੱਗਿਆ ਸਮਾਂ? ਉਹ ਘਰ 'ਚ ਤੁਸੀਂ ਇਕੱਲੇ, ਤੁਹਾਡੀ ਬੇਟੀ ਸੀ ਉਹ ਵੀ ਨਾਲ ਲੈ ਗਏ? ਹਾਂਜੀ, ਉਹ ਹਾਲਾਤ ਮੈਂ ਤੁਹਾਨੂੰ ਦੱਸਿਆ ਕਿ ਕੁਝ ਗੱਲਾਂ ਹੈਗੀਆਂ ਸੀ ਸਾਡੇ ਵਿੱਚ, ਸਾਡੀ ਜਿਹੜੀ ਅਣਬਣਿਆ ਸਾਡੀ ਵੀ ਬਣਦੀ ਘੱਟ ਸੀ ਕਿ ਔਰ ਸਾਡੀ ਇੱਕ ਬੇਟੀ ਵੀ ਸੀ। ਔਰ ਹੁਣ ਇਹ ਖਿਚਾਤੁੜੀ ਕਰਦੇ ਸੀ ਕਿ ਘਰ ਜਾਂ ਕਿੱਦਾਂ ਲਾ ਲਓ ਕਿ ਕੰਮ ਲਾ ਲਓ ਕੋਈ ਵਧੀਆ ਘਰ ਬਣ ਜੇ। ਪਰ ਮੈਂ ਕਹਿੰਦਾ ਸੀ ਕਿ ਨਹੀਂ, ਇੱਕ ਨਾ ਇੱਕ ਦਿਨ ਆਏਗਾ, ਇੱਕ ਟਾਈਮ ਆਏਗਾ, ਕੋਈ ਗੱਲ ਨਹੀਂ ਆ, ਇਹ ਸਾਰੇ ਹਾਲਾਤ ਜਿਹੜੇ ਆ ਉਹ ਬਦਲ ਜਾਣੇ ਆ। ਔਰ ਸਾਡੇ ਵਿੱਚ ਕੁਝ ਇੱਦਾਂ ਦੀਆਂ ਹੈਗੀਆਂ ਸੀ ਸਾਡੇ ਵਿੱਚ ਆਪਣੀਆਂ ਗੱਲਾਂ ਵੀ ਜਿਹੜੀਆਂ ਅਜੇ ਮੈਂ ਨਹੀਂ ਕੁਝ ਸ਼ੇਅਰ ਕਰ ਸਕਦਾ। ਔਰ ਉਹਦੇ ਕਰਕੇ ਸਾਡੇ ਵਿੱਚ ਥੋੜ੍ਹੀ ਅਣਬਣ ਹੋ ਗਈ। ਔਰ ਮੇਰੀ ਬੇਟੀ ਔਰ ਮੇਰੀ ਵਾਈਫ ਜਿਹੜੀ ਆ ਉਹ ਮੇਰੇ ਤੋਂ ਇਹ ਦੂਰ ਹੋ ਗਏ ਸੀ। ਔਰ ਇਹ ਜਦ ਇਹ ਚੱਲੇ ਆ ਔਰ ਇਹਨਾਂ ਨੇ ਮੈਨੂੰ, ਮੈਂ ਤਾਂ ਪਹਿਲਾਂ ਤਾਂ ਮੈਨੂੰ ਕਹਿੰਦੇ ਰਹੇ ਕਿ ਮੈਂ ਚੱਲ ਜਾਣਾ ਅਤੇ ਮੈਂ ਸੋਚਦਾ ਕਿ ਸ਼ਾਇਦ ਉੱਦਾਂ ਹੀ ਕਿਤੇ ਕਹਿ ਰਹੇ ਆ, ਅਤੇ ਪਰ ਮੈਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਕਿ ਵਾਕਿਆ ਹੀ ਇਹਨਾਂ ਨੇ ਚੱਲ ਜਾਣਾ। ਔਰ ਵਾਕਿਆ ਇੱਕ ਦਿਨ ਆਇਆ ਅਤੇ ਫਿਰ ਇਹਨਾਂ ਨੇ ਕਿਹਾ ਕਿ ਟਿਕਟਾਂ ਜਿਹੜੀਆਂ ਕਰਾ ਕੇ ਦੇ ਸਾਨੂੰ। ਔਰ ਮੈਂ ਗਿਆ ਵਾਂ, ਟਿਕਟਾਂ ਕਰਾਉਣ ਵੀ ਗਿਆ ਵਾਂ। ਉੱਦਣ ਵੀ ਮੈਂ ਸੋਚਦਾ ਰਿਹਾ ਵਾਂ ਵੀ ਇਹ ਕੀ ਬਣ ਡਿਆ ਵਾ, ਪਰ ਮੈਂ ਇਹਨਾਂ ਨਾਲ ਨਹੀਂ ਕੋਈ ਵੀ ਗੱਲਬਾਤ ਕੀਤੀ। ਫਿਰ ਮੈਂ ਘਰ ਆਇਆ, ਮੈਂ ਫੋਨ ਕੀਤਾ ਕਿ ਟਿਕਟਾਂ ਤੁਹਾਡੀਆਂ ਓਕੇ ਹੋ ਗਈਆਂ ਵਾ। ਫਿਰ ਜਦ ਇਹ ਚੱਲੇ ਆ, ਜਦ ਇਹ ਘਰ ਤੋਂ ਤੁਰਨ ਲੱਗੇ ਆ, ਪੈਕਿੰਗ ਹੋਣ ਡਈ ਆ ਰਾਤ, ਚਲੋ ਮੈਂ ਤਾਂ ਸੌਂ ਗਿਆ ਵਾਂ, ਇਹ ਪੈਕਿੰਗ ਕਰਦੇ ਰਹੇ, ਆਪਣੇ ਖਾਣਾ ਖੁਣਾ ਬਣਾਉਂਦੇ ਰਹੇ ਆ ਔਰ ਤਿਆਰੀ ਕਰਦੇ ਰਹੇ ਆ, ਕਿਉਂਕਿ 3 ਦਿਨ ਉੱਥੇ ਲੱਗ ਜਾਂਦੇ ਆ ਟ੍ਰੇਨ ਦੇ ਵਿੱਚ। ਔਰ ਸਵੇਰੇ ਜਦੋਂ ਇਹ ਚੱਲੇ ਆ, ਤੁਰਨ ਲੱਗੇ ਆ, ਸਮਾਨ ਵੱਜ ਗਿਆ ਸਾਰਾ। ਔਰ ਮੈਨੂੰ ਬੜਾ ਮੇਰੇ ਦਿਲ ਨੂੰ ਮੇਰਾ ਬੇਟੀ ਵੱਲ ਵੇਖ ਕੇ ਇੱਕਦਮ ਇੱਦਾਂ ਹੋਇਆ ਕਿ ਤੇ ਮੇਰਾ ਜਿਹੜਾ ਵਾ ਘਰ ਜਿਹੜਾ ਵਾ ਮੇਰਾ ਖਾਲੀ ਹੋ ਚੱਲਿਆ ਵਾ, ਅਤੇ ਹੁਣ ਮੈਂ ਕਿੱਦਾਂ ਆ ਕੇ ਆਪਣੇ ਘਰ ਰਹਾਂਗਾ। ਔਰ ਜਦ ਮੈਂ ਇਹਨਾਂ ਨੂੰ ਸਟੇਸ਼ਨ ਛੱਡ ਕੇ ਆਇਆ ਵਾਂ, ਘਰ ਆਇਆ ਵਾਂ, ਅਤੇ ਫਿਰ ਮੇਰਾ ਇੰਨਾ ਹੌਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਉਸ ਘਰ ਦੇ ਵਿੱਚ ਪੈਰ ਪਾ ਲਾਂ, ਆਪਣੇ ਘਰ ਦੇ ਵਿੱਚ। ਉਹ ਗੇਟ 'ਤੇ ਆ ਕੇ ਮੈਂ ਖੜ੍ਹ ਗਿਆ ਸੀ। ਔਰ ਜਦ ਮੈਂ ਫਿਰ ਅੰਦਰ ਗਿਆ ਵਾਂ ਅਤੇ ਜਦ ਅੰਦਰ ਆ ਕੇ ਵੇਖਿਆ ਤਾਂ ਇੱਕਦਮ ਹੀ ਮੈਨੂੰ ਸਾਰਾ ਖਾਲੀ ਲੱਗਾ। ਔਰ ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਕਹਿ ਲਓ ਕਿ ਜਦੋਂ ਮੈਂ ਫੋਟੋਆਂ ਵੇਖੀਆਂ ਮੈਂ ਬੜਾ ਰੋਇਆ ਕਿ ਮੇਰੀ ਬੱਚੀ ਮੇਰੇ ਤੋਂ ਅੱਜ ਦੂਰ ਹੋ ਗਈ। ਔਰ ਫਿਰ ਮੈਂ ਸੋਚਿਆ ਕਿ ਮੈਂ ਆਪਣੇ ਹਾਲਾਤ ਜਿਹੜੇ ਆ ਉਹ ਬਦਲ ਦੇਣੇ ਆ, ਮੈਂ ਇੱਦਾਂ ਨਹੀਂ ਰਹਿਣ ਦੇਣੇ, ਕਿਉਂਕਿ ਮੇਰੀ ਬੇਟੀ ਵੀ ਜਵਾਨ ਹੋ ਰਹੀ ਸੀ। ਮੈਨੂੰ ਦੁੱਖ ਲੱਗਦਾ ਸੀ ਕਿ ਕੱਲ੍ਹ ਨੂੰ ਕੋਈ ਦਿਲ ਵੇਖੇਗਾ ਕਿ ਅੱਜ ਦੁਨੀਆ ਦੀ ਸੁਰੱਖਿਆ ਕਰਨ ਵਾਲਾ ਜਾਂ ਲੋਕਾਂ ਦੀ ਮਦਦ ਕਰਨ ਵਾਲਾ ਕਿ ਅੱਜ ਆਪਣੀ ਬੱਚੀ ਦੀ ਸੁਰੱਖਿਆ ਨਹੀਂ ਕਰ ਸਕਦਾ। ਔਰ ਬੜਾ ਮੈਨੂੰ ਇਸ ਗੱਲ ਦਾ ਦੁੱਖ ਲੱਗਾ। ਫਿਰ ਉਸ ਦਿਨ ਤੋਂ ਬਾਅਦ ਮੈਂ ਇੱਕ ਫੈਸਲਾ ਲਿਆ ਕਿ ਮੈਂ ਇਹ ਹਾਲਾਤਾਂ ਨੂੰ ਬਦਲਾਂਗਾ, ਜ਼ਰੂਰ ਆਪਣੀ ਬੱਚੀ ਨੂੰ ਆਪਣੇ ਮੈਂ ਕੋਲ ਲਿਆਵਾਂਗਾ। ਔਰ ਮੈਂ ਮਿਸ ਵੀ ਕਰਦਾ ਰਿਹਾ ਵਾਂ, ਫੋਨ 'ਤੇ ਵੀ ਮੇਰੀ ਗੱਲਬਾਤ ਹੁੰਦੀ ਰਹੀ ਆ। ਔਰ ਬੜਾ ਇਸ ਗੱਲ ਦਾ ਮੈਨੂੰ ਦੁੱਖ ਲੱਗਾ ਸੀ ਜਦੋਂ ਮੇਰੇ ਤੋਂ ਦੂਰ ਹੋਏ ਸੀ। ਔਰ ਬਾਕੀ ਕੁਝ ਵਿੱਚ ਤੁਹਾਨੂੰ ਮੈਂ ਦੱਸਿਆ ਕਿ ਗੱਲਾਂ ਹੈਗੀਆਂ, ਉਹ ਮੈਂ ਅਜੇ ਨਹੀਂ ਦੱਸਣਾ ਚਾਹੁੰਦਾ। ਬਿਲਕੁਲ ਜੀ, ਕਿਤੇ ਨਾ ਕਿਤੇ ਉਹ ਹਾਲਾਤ ਜਿਹੜੇ ਹੀ ਨਸ਼ੇ ਕਰਕੇ ਹੀ ਬਣੇ ਹਨ। ਠੀਕ ਹੈ ਜੀ, ਤੁਸੀਂ ਨਸ਼ੇ ਕਰਦੇ ਰਹੋ, ਘਰ ਰਾਸ਼ਨ ਨਹੀਂ ਪਹੁੰਚਦਾ ਰਿਹਾ, ਕਿ ਉਹ ਘਰ ਦੀ ਨੂੰ ਹੁੰਦਾ ਵੀ ਮੈਨੂੰ ਖਾਣ ਪੀਣ ਨੂੰ ਰਾਸ਼ਨ ਮਿਲ ਜਾਏ ਅਤੇ ਮੈਂ ਪਕਾ ਕੇ ਘਰ ਵਾਲੇ ਨੂੰ ਅਤੇ ਬੱਚਿਆਂ ਨੂੰ ਖਵਾਵਾਂ, ਅਤੇ ਕਿਤੇ ਨਾ ਕਿਤੇ ਉਹ ਵੀ ਰੀਜ਼ਨ ਰਿਹਾ। ਅਤੇ ਇਹ ਵੀ ਸੁਣਿਆ ਕੰਤਾ ਜੀ ਕਿ ਤੁਸੀਂ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕੁਝ ਲਿਖਿਆ ਵੀ ਗਾਣੇ ਵੀ ਲਿਖਦੇ ਰਹੇ ਹੋ, ਲਿਖੇ ਵੀ ਹੈਗੇ? ਮੈਂ ਤੁਹਾਡੀ ਗੱਲ ਟੋਕਣੀ ਚਾਹਾਂਗਾ ਕਿ ਨਸ਼ਾ ਇਹ ਚੀਜ਼ ਨੂੰ ਅਸੀਂ ਕਹਿ ਦਿੰਦੇ ਹਾਂ, ਅਸੀਂ ਕਦੀ ਉਸ ਵੱਲ ਝਾਤੀ ਨਹੀਂ ਮਾਰਦੇ ਵੀ ਇਹ ਕਰ ਕੀ ਹੋ ਰਿਹਾ ਵਾ, ਕਿਉਂ ਇੱਦਾਂ ਹੋ ਰਿਹਾ ਵਾ। ਅਸੀਂ ਉਹਨੂੰ ਸਿਰਫ ਨਕਾਰ ਦਿੰਦੇ ਹਾਂ, ਦੁਕਾਰ ਦਿੰਦੇ ਹਾਂ ਉਹਨੂੰ। ਇੱਕ ਸਮਾਜ ਵੱਲੋਂ ਕਹਿ ਲਓ, ਘਰ ਵੱਲੋਂ ਕਹਿ ਲਓ, ਜਾਂ ਆਪਣੇ ਪਿੰਡ ਵੱਲੋਂ ਕਹਿ ਲਓ ਕਿ ਉਸ ਨੂੰ ਅਸੀਂ ਵੱਖਰਾ ਕਰ ਦਿੰਦੇ ਹਾਂ ਕਿ ਇਹ ਨਸ਼ਈ ਬੰਦਾ ਵਾ। ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਆਪਣੇ ਸਾਰੇ ਵੀਰਾਂ ਨੂੰ ਕਿ ਨਸ਼ੇ ਵਾਲਾ ਬੰਦਾ ਕੋਈ ਮਾੜਾ ਨਹੀਂ ਹੁੰਦਾ, ਉਹਦਾ ਦਿਲ ਸਾਫ਼ ਹੁੰਦਾ ਵਾ।
ਹਾਂ ਉਹ ਫਸ ਜ਼ਰੂਰ ਜਾਂਦਾ ਇਸ ਦਲਦਲ ਵਿੱਚ, ਕਿਉਂਕਿ ਉਹ ਮਜਬੂਰੀ ਬਣ ਜਾਂਦੀ ਆ। ਜਿਹੜਾ ਸਰੀਰ ਆ ਇਹ ਚੱਲਣਾ ਬੰਦ ਹੋ ਜਾਂਦਾ ਵਾ। ਜਿੰਨਾ ਚਿਰ ਆਪਾਂ ਨਸ਼ਾ ਨਹੀਂ ਕਰਾਂਗੇ ਉਹਨਾਂ ਚਿਰ ਇਹ ਸਰੀਰ ਜਿਹੜਾ ਕਦੇ ਤੁਰੂਗਾ ਨਹੀਂ। ਮਜਬੂਰੀ ਵਿੱਚ ਆ ਕੇ ਉਹ ਵੀਰ ਭਰਾ ਜਿਹੜੇ ਆ ਉਹ ਗਲਤ ਕਦਮ ਚੁੱਕਦੇ ਆ। ਨਹੀਂ ਤੇ ਐਡਾ ਕੋਈ ਵੀ ਨਹੀਂ ਹੁੰਦਾ ਗਿਰਿਆ ਹੋਇਆ ਕਿ ਜਿਹੜਾ ਕਿਸੇ ਕੋਲ ਪੈਸੇ ਮੰਗੂਗਾ ਜਾਂ ਕੋਈ ਚੀਜ਼ ਵੇਚੂਗਾ, ਜਾਂ ਘਰ ਦੀ ਜਾਂ ਬਾਹਰ ਦੀ ਲਾ ਲਓ ਕਿਸੇ ਦੀ। ਇੱਕ ਮਜਬੂਰੀ ਵਿੱਚ ਹੋ ਜਾਂਦਾ ਵਾ। ਇਹ ਨਸ਼ਾ ਵੀ ਜਦੋਂ ਬੰਦੇ ਦੀ ਜ਼ਿੰਦਗੀ 'ਚ ਆ ਜਾਂਦਾ ਵਾ, ਜ਼ਿੰਦਗੀ ਤਬਾਹ ਹੋ ਜਾਂਦੀ ਆ। ਔਰ ਮੈਂ ਇਹੀ ਇੱਕ ਗੱਲ ਕਹਿਣੀ ਚਾਹਾਂਗਾ ਕਿ ਆਪਣੇ ਲਾਗੇ ਵੀ ਜਿਹੜੇ ਤੁਹਾਡੇ ਨਸ਼ਾ ਪੱਤਾ ਕਰਦੇ ਨੇ ਉਹਨਾਂ ਨਾਲ ਵੀ ਪਿਆਰ ਨਾਲ ਰਹੋ, ਉਹਨਾਂ ਨਾਲ ਪਿਆਰ ਨਾਲ ਪੁੱਛੋ, ਉਹਨਾਂ ਨੂੰ ਪਿਆਰ ਨਾਲ ਸਮਝਾਓ। ਔਰ ਜਿੱਥੇ ਤੁਹਾਡੇ ਕੋਲ ਹੈਗਾ ਜੇ ਮਦਦ ਕਰਨ ਜੋਗੇ ਹੈਗੇ ਜੋ, ਤੇ ਉਹਨਾਂ ਦੀ ਮਦਦ ਕਰੋ। ਸੈਂਟਰ ਬਣੇ ਨੇ, ਰੱਬ ਦਾ ਨਾਂ ਚੱਲਦਾ ਵਾ, ਆਪਾਂ ਉਹਨਾਂ ਲਈ ਬੜਾ ਕੁਝ ਕਰ ਸਕਦੇ ਹਾਂ। ਪਰ ਫਰਕ ਇਹੀ ਹੈ ਕਿ ਆਪਾਂ ਉਹਨਾਂ ਨੂੰ ਪਛਾਣਦੇ ਨਹੀਂ ਹੈਗੇ, ਆਪਾਂ ਉਹਨਾਂ ਨੂੰ ਦੁਕਾਰ ਦਿੰਦੇ ਹਾਂ। ਤੇ ਗੱਲ ਕੀਤੀ ਜਾਵੇ ਉਸ ਤੁਸੀਂ ਲੇਖਕ ਲਿਖਾਰੀ ਵੀ ਬਣੇ ਹੋ, ਗੀਤ ਵੀ ਲਿਖੇ ਨੇ, ਤੇ ਗੀਤ ਲਿਖੇ ਵੀ ਆ ਜਾਂ ਕੋਈ ਗਾਏ ਵੀ ਹੈਗੇ ਨੇ ਕੋਈ? ਨਹੀਂ, ਮੈਂ ਕੀਤੀ ਸੀ ਭੱਜ ਨੱਠ ਜੀ। ਪੈਸੇ ਬੜੇ ਮੰਗਦੇ ਸੀ। ਕੋਈ ਕਹਿੰਦਾ ਸੀ 3 ਲੱਖ ਲੱਗ ਜਾਣਾ, ਕੋਈ ਕਹਿੰਦਾ ਸੀ 3.5 ਲੱਖ ਲੱਗਣਾ ਆ ਜੀ, ਕੋਈ ਕਹਿੰਦਾ ਸੀ 40,000 ਦੇ ਦਿਓ, ਕੋਈ ਕਹਿੰਦਾ 50,000 ਦੇ ਦਿਓ। ਔਰ ਮੈਂ ਗਾਣਾ ਇੱਕ ਆਪਣਾ ਰਿਕਾਰਡ ਕਰਨ ਵਾਸਤੇ ਜਦ ਕਿ ਮੇਰੀ ਗੱਲ ਹੋਈ ਸੀ ਕਿ 40,000 ਰੁਪਈਆ ਤੁਹਾਡਾ ਲੱਗਣਾ ਵਾ, 20,000 ਰੁਪਈਆ ਤੁਹਾਡਾ ਇੱਥੇ ਲੱਗ ਜਾਣਾ ਰਿਕਾਰਡਿੰਗ ਦੇ, ਅਤੇ 20,000 ਰੁਪਈਆ ਤੁਹਾਡਾ ਐਲਬਮ 'ਤੇ ਲੱਗਣਾ ਵਾ। ਔਰ ਉਹਦੇ ਲਈ ਮੈਂ ਇੱਕ ਕੰਮ ਕੀਤਾ ਸੀ, ਪਰ ਉਹਦੇ ਵਿੱਚ ਮੈਂ ਆਪ ਹੀ ਫਸ ਗਿਆ ਸੀ। ਗੱਲ ਕੀ ਕਿ ਕਹਿ ਲਓ ਕਿ ਹੁਣ ਦੁਨੀਆ ਦੇ ਵਿੱਚ ਚੱਲਣੀ ਜਾਂ ਮੈਂ ਸੋਚਿਆ ਸੀ ਕਿ ਗਲਤ ਕਦਮ ਚੁੱਕ ਕੇ ਮੈਂ ਪੈਸਾ ਥੋੜ੍ਹਾ ਕਮਾ ਲਾਂ, ਪਰ ਨਹੀਂ, ਇੱਦਾਂ ਹੋਇਆ ਨਹੀਂ। ਮੈਂ ਆਪ ਹੀ ਫਸ ਗਿਆ। ਮੈਂ ਪੈਸੇ ਕੀ ਜੋੜਨੇ ਸੀ ਔਰ ਆਪ ਹੀ ਮੈਂ ਫਸ ਗਿਆ ਉਹਦੇ ਵਿੱਚ ਕਿ ਆਪ ਹੀ ਮੈਂ ਉਹ ਖਾਣ ਪੀਣ ਡਿਆ ਪਿਆ। ਔਰ ਆਪ ਹੀ ਫਿਰ ਮੈਂ ਵੇਖਿਆ ਕਿ ਕੁੱਤੋਂ ਸਖਤਾਈ ਹੋ ਗਈ। ਫਿਰ ਮੈਂ ਹੌਸਪੀਟਲ ਉੱਥੇ ਮੈਨੂੰ ਪਤਾ ਲੱਗਾ ਫਾਈਲਾਂ ਬਣਨੀਆਂ ਵਾ। ਫਿਰ ਮੈਂ ਫਾਈਲ ਬਣਾਈ ਔਰ ਉਸ ਦਿਨ ਤੋਂ ਵੀ ਫਿਰ ਮੈਂ ਸੋਚਿਆ ਵੀ ਨਹੀਂ, ਫਿਰ ਮੈਂ ਮਿਹਨਤ ਤੇ ਉੱਦਾਂ ਮੈਂ ਪਹਿਲਾਂ ਹੀ ਸ਼ੁਰੂ ਥੋੜ੍ਹੀ ਕਰ ਚੁੱਕਾ ਸੀ। ਔਰ ਫਿਰ ਮੈਂ ਜਦ ਸਰਕਾਰ ਨੇ ਇਸ ਚੀਜ਼ ਨੂੰ ਤੋਰਿਆ ਤਾਂ ਮੈਨੂੰ ਬੜਾ ਵਧੀਆ ਲੱਗਾ ਕਿ ਚਲੋ ਹੁਣ ਜਿਹੜਾ ਵਾ ਸਾਡਾ ਬਚਾਅ ਹੋ ਜਾਊਗਾ ਔਰ ਅਸੀਂ ਇੱਕ ਸਹੀ ਰਸਤੇ ਤੁਰ ਪਾਂਗੇ। ਔਰ ਇਸ ਚੀਜ਼ ਨੂੰ ਫਿਰ ਮੈਂ ਛੱਡ ਕੇ ਉਦੋਂ ਬਾਅਦ ਮੈਂ ਕੋਈ ਐਸਾ ਗਲਤ ਕੰਮ ਨਹੀਂ ਕੀਤਾ। ਔਰ ਮਿਹਨਤ ਕੀਤੀ ਆ, ਦਿਹਾੜੀ ਧੱਪੇ ਵੀ ਕੀਤੇ ਆ। ਅਤੇ ਇਹ ਹੈ ਕਿ ਮੈਨੂੰ ਕੰਮ ਵੀ ਉੱਦਾਂ ਚਲੋ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਮਿਲ ਜਾਂਦਾ ਸੀ। ਜ਼ਿਆਦਾਤਰ ਤਾਂ ਮੇਰੀ ਕਿਸੇ ਨਾਲ ਬਣਦੀ ਨਹੀਂ ਸੀ। ਕਿਉਂ ਨਹੀਂ ਸੀ ਬਣਦੀ ਕਿ ਜੇ ਕੋਈ ਮਾਲਕ ਆ ਜਾਂ ਕਿੱਦਾਂ ਉਹ ਹਮੇਸ਼ਾ ਆਪਣਾ ਟੌਰ ਬਣਾਉਂਦੇ ਆ ਜਾਂ ਕਿੱਦਾਂ ਕਰਦੇ, ਆਪਾਂ ਤੋਂ ਇਹ ਗੱਲ ਜਿਹੜੀਆਂ ਸਹਾਰੀਆਂ ਨਹੀਂ ਜਾਂਦੀਆਂ। ਇਸ ਕਰਕੇ ਮੇਰੀ ਕਿਸੇ ਨਾਲ ਜ਼ਿਆਦਾ ਚਿਰ ਬਣਦੀ ਨਹੀਂ ਸੀ। ਵੱਧ ਤੋਂ ਵੱਧ ਮੇਰਾ 1-2 ਮਹੀਨਾ ਨਿਕਲਦਾ ਸੀ ਅਤੇ ਮੇਰੀ ਵਿਗੜ ਜਾਂਦੀ ਸੀ। ਅਤੇ ਕਹਿ ਲਓ ਕਿ ਫਿਰ ਮੈਂ ਵੇਖਿਆ ਵਾ ਹਿਸਾਬ ਕਿਤਾਬ, ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ, ਲੋਕ ਮਸ਼ਹੂਰ ਵੀ ਹੋਏ ਆ। ਮੈਂ ਗਾਣੇ ਵੀ ਲਿਖੇ ਆ। ਮੈਂ ਗੱਲ ਵੀ ਦੱਸੀ ਹੈ ਕਿ ਕੁਝ ਮੇਰੇ ਨਾਲ ਗੱਲਾਂ ਇੱਦਾਂ ਦੀਆਂ ਹੋਈਆਂ ਵਾ ਜੋ ਅਜੇ ਮੈਂ ਨਹੀਂ ਸ਼ੇਅਰ ਕਰਨੀਆਂ ਚਾਹੁੰਦਾ। ਉਹਦੇ ਵਿੱਚ ਵੀ ਉਹਨਾਂ ਗੱਲਾਂ ਨੂੰ ਵੀ ਲੈ ਕੇ ਕੁਝ ਮੈਂ ਚੀਜ਼ਾਂ ਤਿਆਰ ਕੀਤੀਆਂ ਕਿ ਹੁਣ ਦੇ ਜ਼ਮਾਨੇ ਵਿੱਚ ਮੈਂ ਵੇਖਿਆ ਕਿ ਚਲੋ ਮੇਰੇ ਕੋਲ ਕਲਾ ਹੈਗੀ ਆ ਅਤੇ ਪੰਜਾਬੀ ਗਾਣੇ ਲਿਖੇ ਆ ਮੈਂ। ਜੇ ਅਸੀਂ ਗੱਲ ਕੀਤੀ ਹੈ ਕੰਤਾ ਬਾਉਂਸਰ ਨਾਲ, ਤੁਸੀਂ ਦੇਖਿਆ ਕੰਤਾ ਬਾਉਂਸਰ ਨੇ ਦੱਸਿਆ ਵੀ ਆਪਣੀ ਪੂਰੀ ਹੱਡਬੀਤੀ ਦੱਸੀ ਹੈ ਕਿੱਦਾਂ ਉਹ ਨਸ਼ੇ ਦਲਦਲ 'ਚ ਵੜਿਆ ਅਤੇ ਕਿੱਦਾਂ ਹੁਣ ਉਹ ਨਸ਼ੇ ਦਲ ਤੋਂ ਬਾਹਰ ਨਿਕਲਿਆ। ਸੋ ਇੱਕ ਸਾਨੂੰ ਸਿੱਖਿਆ ਦੇ ਤੋਂ ਮਿਲਦੀ ਹੈ ਵੀ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ। ਅਗਰ ਕਿਸੇ ਨੂੰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਉਹਦੇ ਵਾਸਤੇ ਆਊਟ ਸੈਂਟਰ ਬਣੇ ਨੇ, ਉੱਥੇ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਕਿਉਂਕਿ ਨਸ਼ੇ ਕਾਰਨ ਘਰਾਂ ਦੇ ਘਰ ਬਰਬਾਦ ਹੋ ਗਏ ਨੇ। ਜਿੱਦਾਂ ਕੰਤਾ ਬਾਉਂਸਰ ਨੇ ਦੱਸਿਆ ਵੀ ਉਸਦਾ ਚੰਗਾ ਭਲਾ ਪਰਿਵਾਰ ਸੀ ਜੋ ਛੱਡ ਕੇ ਚਲ ਗਿਆ ਸੀ, ਲੇਕਿਨ ਹੁਣ ਵਾਪਸ ਆਈ ਹੈ ਅਤੇ ਕੰਤੇ ਬਾਉਂਸਰ ਨੇ ਕਸਮ ਖਾਧੀ ਵੀ ਹੁਣ ਨਸ਼ਾ ਨਹੀਂ ਕਰੇਗਾ ਅਤੇ ਦਿਹਾੜੀ ਟੱਪਾ ਕਰਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰੇਗਾ। ਸੋ ਸਾਨੂੰ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਜੋ ਨਸ਼ੇ ਵਾਲੀਆਂ ਨੂੰ ਇਗਨੋਰ ਕਰਨਾ ਚਾਹੀਦਾ ਹੈ। ਖੇਡ ਨੂੰ ਜ਼ਿਆਦਾ ਪ੍ਰਫੁੱਲਿਤ ਕਰਨਾ ਚਾਹੀਦਾ, ਖੇਡਾਂ ਖੇਡਣੀਆਂ ਚਾਹੀਦੀਆਂ ਤਾਂ ਜੋ ਸਰੀਰ ਅਤੇ ਘਰ ਪਰਿਵਾਰ ਸਾਡਾ ਸੁਖੀ ਵਸੇ। D5 ਪੰਜਾਬੀ ਨਾਲ ਜਸਵਿੰਦਰ ਬੇਦੀ, ਗੁਰਦਾਸਪੁਰ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।